ਹੁਣ ਹਵਾ ਬਣ ਗਈ ਹੋਈ ਹੈ ਔਰ ਇਹ ਹਵਾ ਨੂੰ ਤੁਸੀਂ ਕਹੋ ਵੀ ਇਹ ਮੂਵਮੈਂਟ ਦੀ ਅਗਰ ਤੁਸੀਂ ਹਵਾ ਕੱਢ ਦਿਓਗੇ ਜਾਂ ਮੂਵਮੈਂਟ ਨੂੰ ਤੁਸੀਂ ਰੋਕ ਲਓਗੇ ਤਾਂ ਇਹ ਬਹੁਤ ਵੱਡਾ ਭੁਲੇਖਾ ਹੈ। ਨੁਕਸਾਨ ਕਿਸੇ ਧਿਰ ਦਾ ਨਹੀਂ ਹੋਣਾ ਚਾਹੀਦਾ। ਇਹ ਮੁਲਕ ਵੀ ਸਾਡਾ ਹੀ ਹੈ ਨਾ, ਸੋ ਅਸੀਂ ਕੁਰਬਾਨੀਆਂ ਕਰ ਕਰਕੇ ਦੇਸ਼ ਬਚਾਇਆ ਸੀ, ਇਸ ਕਰਕੇ ਥੋੜਾ ਬਚਾਇਆ ਸੀ ਦੇਸ਼ ਦਾ ਨੁਕਸਾਨ ਕਰਨਾ। ਸੰਘਰਸ਼ ਦੇ ਵਿੱਚ ਜਿੱਥੇ ਕਿਸਾਨ ਲੱਗੇ ਨੇ, ਜੇ ਕਿਸੇ ਦਾ ਜਾਨੀ ਨੁਕਸਾਨ ਹੋਇਆ ਤਾਂ ਉਹਨਾਂ ਦੇ ਘਰਾਂ ਨੂੰ ਕੰਪਨਸੇਟ ਕੀਤਾ ਜਾਵੇ, ਉਹਨਾਂ ਨੂੰ ਢੁਕਵੇਂ ਮੁਆਵਜ਼ੇ ਔਰ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਅੱਗੋਂ ਕੋਈ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ। ਕਿ ਪੰਜਾਬ 'ਚ ਨਸ਼ਿਆਂ ਦੀ ਜਿਹੜੀ ਇੱਕ ਕੰਜ਼ੰਪਸ਼ਨ ਹੈ ਬਹੁਤ ਵੱਧ ਗਈ ਸੀ ਇੱਕ ਟਾਈਮ ਤੇ, ਔਰ ਹੌਲੀ ਹੌਲੀ ਇਹ ਖਤਮ ਹੋ ਰਹੀ ਹੈ। ਯੂਥ ਦੇ ਵਿੱਚੋਂ ਚੀਜ਼ ਜਾ ਰਹੀ ਹੈ, ਸਾਡੀ ਇੱਕ ਜਨਰੇਸ਼ਨ ਤੱਕ ਇਹ ਲਾਸ ਪਹੁੰਚਿਆ। ਅਗਲੀ ਜਨਰੇਸ਼ਨ 'ਚ ਹੁਣ ਇਹ ਨਈ ਚੀਜ਼ ਤੁਹਾਨੂੰ ਨਜ਼ਰ ਆਏਗੀ ਕਿ ਇੱਥੇ ਪ੍ਰੋਸਪੈਰਿਟੀ ਹੈ, ਖੁਸ਼ਹਾਲ ਸੂਬਾ ਹੈ। ਇਹਨੂੰ ਟਾਰਗੇਟ ਕਰੋ, ਇਹਨੂੰ ਮੰਡੀ ਬਣਾਓ, ਇਹਨੂੰ ਮਾਰਕੀਟ ਬਣਾਓ। ਇੱਥੇ ਹੀ ਕੰਜ਼ੰਪਸ਼ਨ ਕੀਤੀ ਜਾਂਦੀ ਸੀ, ਇੱਥੋਂ ਹੀ ਅੱਗੇ ਟ੍ਰੇਡਿੰਗ ਕੀਤੀ ਜਾਂਦੀ ਸੀ। ਉਹ ਜਿਹੜਾ ਉੜਤਾ ਪੰਜਾਬ ਕਹਿੰਦੇ ਸੀ ਜਿਹਨੂੰ, ਇਹ ਫਿਰ ਤੁਹਾਨੂੰ ਉੱਠਤਾ ਪੰਜਾਬ ਨਜ਼ਰ ਆ ਗਿਆ ਕਿ ਨਹੀਂ? ਹੁਣ ਨਾ ਇਹ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫਿਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਇਸ ਵਕਤ ਜਜ਼ਬਿਆਂ ਦਾ ਹੜ੍ਹ ਆਇਆ ਹੋਇਆ ਔਰ ਮੈਂ ਨਹੀਂ ਇਹ ਮਹਿਸੂਸ ਕਰ ਰਿਹਾ, ਇਹ ਇੱਥੇ ਆਇਆ ਹੋਇਆ। ਮੈਂ ਇਸ ਵਕਤ ਦਿੱਲੀ ਦੇ ਵਿੱਚ ਮੌਜੂਦ ਹਾਂ ਔਰ ਦਿੱਲੀ ਦੇ ਵਿੱਚ ਆਇਆ ਹੋਇਆ ਹਰ ਇੱਕ ਸ਼ਖਸ ਜਿਹੜਾ ਹੈ ਉਹ ਇਹ ਮਹਿਸੂਸ ਕਰ ਰਿਹਾ ਹੋਣਾ ਆਪਣੇ ਦਿਲ ਦੇ ਵਿੱਚ, ਜੇ ਦਿਲ ਤੇ ਹੱਥ ਰੱਖ ਕੇ ਉਹ ਸਹੀ ਗੱਲ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਦੇ ਕੋਲੋਂ ਸਵਾਲ ਪੁੱਛੇ ਤਾਂ ਵਾਕਈ ਇਹੋ ਜਿਹਾ ਮਾਹੌਲ ਸ਼ਾਇਦ ਉਸਨੇ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਵੇਖਿਆ ਹੋਣਾ। ਮੇਰੇ ਨਾਲ ਗੁਰਪ੍ਰੀਤ ਘੁੱਗੀ ਜੀ ਨੇ, ਜਿਹੜੇ ਕਿ ਜਦੋਂ ਇਹਨਾਂ ਨੇ ਉੱਡਣਾ ਸਟਾਰਟ ਕੀਤਾ ਹਲੇ ਤੱਕ ਇਹ ਜ਼ਮੀਨ ਤੇ ਹੀ ਨਹੀਂ ਉਤਰੇ। ਬੜਾ ਚੁਟਕਲਾ ਤੁਹਾਡਾ ਮਸ਼ਹੂਰ ਹੋਇਆ ਸੀ, ਮਾਈ ਕਹਿੰਦੀ ਆ ਵੀ ਘੁੱਗੀ ਕੀ ਕਹਿੰਦੇ, ਤੁਸੀਂ ਗੱਲ ਬੜੀ ਵਧੀਆ ਕਹੀ ਹੈ ਕਿ ਜਦੋਂ ਦਾ ਉੱਡਣਾ ਸ਼ੁਰੂ ਕੀਤਾ ਜ਼ਮੀਨ ਤੇ ਨਹੀਂ ਉਤਰੇ। ਪਰ ਮੈਂ ਇਹਦੇ ਅਗੇਂਸਟ ਉਲਟੀ ਗੱਲ ਕਹਿਣਾ ਹੁੰਨਾ ਕਿ ਠੀਕ ਹੈ, ਜਦ ਤੱਕ ਤੁਹਾਡੇ ਪਰਵਾਜ਼ ਮੇਰੇ ਨਾਲ ਨੇ, ਤੁਹਾਡੇ ਹੌਸਲੇ, ਤੁਹਾਡੇ ਪੰਖ ਮੇਰੇ ਨਾਲ ਨੇ, ਜਿਨ੍ਹਾਂ ਤੇ ਮੈਂ ਉੱਡਦਾ ਰਵਾਂਗਾ। ਪਰ ਮੈਂ ਇਸ ਚੀਜ਼ ਨੂੰ ਧਿਆਨ 'ਚ ਰੱਖਦਾ ਕਿ ਕਿਸੇ ਦਿਨ ਲੈਂਡ ਵੀ ਕਰਨਾ ਹੁੰਦਾ, ਸੋ ਉਹਦੇ ਲਈ ਮੈਂਟਲੀ ਪ੍ਰਪੇਅਰਡ ਰਹੋ, ਨਹੀਂ ਤਾਂ ਤੁਹਾਡੇ 'ਚ ਹੰਕਾਰ ਆ ਜਾਂਦਾ। ਉਹ ਹੰਕਾਰ ਜਿਹੜਾ ਅੱਜ ਗੌਰਮੈਂਟ 'ਚ ਆਇਆ ਹੋਇਆ, ਕਹਿੰਦੇ ਆਦਮੀ ਕੋ ਚਾਹੀਏ उड़ान में रहे, कोई माड़ी गल नहीं। आदमी को चाहिए उड़ान में रहे मगर वापसी भी ध्यान में रहे। एक दिन वापस आना, लैंड करना है, वो लैंडिंग ध्यान च रख लो, साडी समूथ लैंडिंग होवे। जे किते कच्चियां च लैंड करना पै गया फिर जहाज लैंड नहीं करते हुंदे, क्रैश करते हुंदे ने। ਤੇ ਕਿਉਂਕਿ ਭਾਜੀ ਤੁਸੀਂ ਮੈਂ ਜਿੱਦਾਂ ਦੱਸਿਆ ਉੱਡੇ ਸੀਗੇ ਤੇ ਜ਼ਮੀਨ ਤੇ ਨਹੀਂ ਆਏ ਤੁਸੀਂ। ਪਰਮਾਤਮਾ ਕਰੇ ਤੁਹਾਡੀ ਚੜ੍ਹਦੀ ਕਲਾ ਇਸੇ ਤਰੀਕੇ ਦੇ ਨਾਲ ਰਵੇ, ਪਰ ਪੰਜਾਬ ਦੇ ਪ੍ਰਤੀ ਉੱਡਦਾ ਪੰਜਾਬ ਤੱਕ ਬਣ ਚੁੱਕਿਆ। ਇੱਕ ਨਜ਼ਰੀਆ ਹੈਗਾ ਤੁਹਾਡਾ, ਤੁਹਾਨੂੰ ਵੇਖਦੇ ਹਾਂ ਤੁਸੀਂ ਉੱਡ ਰਹੇ ਹੋ ਵਧੀਆ ਤਰੀਕੇ ਨਾਲ, ਤੁਹਾਡਾ ਇੱਕ ਨਜ਼ਰੀਆ ਬਣਿਆ ਹੋਇਆ ਤੇ ਉਹ ਸਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਗਲਤ ਤਰੀਕੇ ਨਾਲ ਉੱਡ ਰਹੇ ਹਾਂ। ਇੱਕ ਤਰੀਕੇ ਨਾਲ ਉੱਡ ਨਹੀਂ ਰਹੇ, ਅਸੀਂ ਡੁੱਬ ਰਹੇ ਹਾਂ। ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਤੇ ਅੱਜ ਨੂੰ ਵੇਖ ਕੇ ਕੀ ਲੱਗਦਾ ਹੈ? ਦੇਖੋ, ਮੈਂ ਇਹਨੂੰ ਕਾਊਂਟਰ ਕਰਨ ਲਈ ਝੁਠਲਾਉਂਦਾ ਨਹੀਂ ਕਿ ਪੰਜਾਬ 'ਚ ਨਸ਼ਿਆਂ ਦੀ ਜਿਹੜੀ ਇੱਕ ਕੰਜ਼ੰਪਸ਼ਨ ਹੈ ਬਹੁਤ ਵੱਧ ਗਈ ਸੀ ਇੱਕ ਟਾਈਮ ਤੇ, ਔਰ ਹੌਲੀ ਹੌਲੀ ਇਹ ਖਤਮ ਹੋ ਰਹੀ ਹੈ। ਯੂਥ ਦੇ ਵਿੱਚੋਂ ਚੀਜ਼ ਜਾ ਰਹੀ ਹੈ, ਸਾਡੀ ਇੱਕ ਜਨਰੇਸ਼ਨ ਤੱਕ ਇਹ ਲਾਸ ਪਹੁੰਚਿਆ। ਅਗਲੀ ਜਨਰੇਸ਼ਨ 'ਚ ਹੁਣ ਇਹ ਨਈ ਚੀਜ਼ ਤੁਹਾਨੂੰ ਨਜ਼ਰ ਆਏਗੀ। ਮੈਂ ਤੋਂ ਮੁੱਕਰਦਾ ਨਹੀਂ, ਇਹ ਨਹੀਂ ਕਿ ਅਸੀਂ ਕੱਲ ਸੋਚਦੇ ਸੀ ਕਿ ਹਾਂ ਯਾਰ ਇਹ ਪ੍ਰੋਬਲਮ ਪੰਜਾਬ 'ਚ ਹੈਗੀ, ਅੱਜ ਕਹਿ ਦਈਏ ਨਹੀਂ। ਪਰ ਉਹ ਵੀ ਟਾਰਗੇਟ ਕੀਤੀ ਹੋਈ ਸਾਡੀ ਮਾਰਕੀਟ ਸੀਗੀ। ਪੰਜਾਬ ਨੂੰ ਮਾਰਕੀਟ ਸਮਝਿਆ ਗਿਆ ਸੀ ਕਿ ਇੱਥੇ ਪ੍ਰੋਸਪੈਰਿਟੀ ਹੈ, ਖੁਸ਼ਹਾਲ ਸੂਬਾ ਹੈ, ਇਹਨੂੰ ਟਾਰਗੇਟ ਕਰੋ, ਇਹਨੂੰ ਮੰਡੀ ਬਣਾਓ, ਇਹਨੂੰ ਮਾਰਕੀਟ ਬਣਾਓ। ਇੱਥੇ ਹੀ ਕੰਜ਼ੰਪਸ਼ਨ ਕੀਤੀ ਜਾਂਦੀ ਸੀ, ਇੱਥੋਂ ਹੀ ਅੱਗੇ ਟ੍ਰੇਡਿੰਗ ਕੀਤੀ ਜਾਂਦੀ ਸੀ। ਪਰ ਸਾਡਾ ਯੂਥ ਇੰਨੀ ਜਲਦੀ ਉੱਭਰ ਕੇ ਬਾਹਰ ਆਇਆ, ਇਹ ਜਿਹੜਾ ਉੜਤਾ ਪੰਜਾਬ ਕਹਿੰਦੇ ਸੀ ਜਿਹਨੂੰ, ਇਹ ਫਿਰ ਤੁਹਾਨੂੰ ਉੱਠਤਾ ਪੰਜਾਬ ਨਜ਼ਰ ਆ ਗਿਆ ਕਿ ਨਹੀਂ? ਹੁਣ ਆਹ ਜਿਹੜਾ ਯੂਥ ਇੱਥੇ ਅੱਜ ਲੱਖਾਂ ਦੀ ਤਾਦਾਦ 'ਚ ਬੈਠਾ ਹੈ, ਇਹਨਾਂ ਨੂੰ ਸ਼ਾਮੀ ਕੋਈ ਸਮੈਕ ਦੇ ਕੇ ਜਾਂਦਾ ਹੈ, ਕੋਈ ਨਸ਼ੇ। ਇੱਥੇ ਰਾਤ ਮੁੰਡੇ ਡਿਊਟੀਆਂ ਕਰਦੇ ਨੇ, ਸੁੱਤਿਆਂ ਨੂੰ ਚੈੱਕ ਕਰਦੇ ਨੇ ਕੋਈ ਕਿਸੇ ਦੀ ਥੈਫਟ ਤਾਂ ਨਹੀਂ ਇੱਥੇ ਕੋਈ ਹੋ ਰਹੀ, ਕੋਈ ਕਿਸੇ ਦਾ ਕੋਈ ਇਹ ਨਹੀਂ ਕਿਸੇ ਦਾ ਸਿਲੰਡਰ ਲੀਕ ਕਰ ਗਿਆ ਹੋਵੇ। ਮੁੰਡਿਆਂ ਨੂੰ ਰਾਤੀ ਅਸੀਂ ਪੁੱਛਿਆ ਸੀ ਵੀ ਅਸੀਂ ਕੱਲ੍ਹ ਦੇ ਇੱਥੇ ਹਾਂ, ਅਸੀਂ ਰਾਤ ਗੇੜੇ ਮਾਰਦੇ ਪਏ ਸੀ। ਅਸੀਂ ਮੁੰਡਿਆਂ ਨੂੰ ਪੁੱਛ ਰਹੇ ਤੁਸੀਂ ਇਸ ਵੇਲੇ ਕਿਉਂ ਨਹੀਂ ਸੁੱਤੇ? ਉਹ ਕਹਿੰਦੇ ਜੀ ਅਸੀਂ ਨਾ ਇੱਕ ਟੁਕੜੀ ਮਿਲੀ ਮੁੰਡਿਆਂ ਦੀ, ਕਹਿੰਦੇ ਅਸੀਂ ਸਿਰੇ ਤੱਕ ਦੇਖਦੇ ਪਏ ਕੋਈ ਜਾਮ ਤਾਂ ਨਹੀਂ ਲੱਗਾ, ਕੋਈ ਗਲਤ ਟਰਾਲੀ ਲਾ ਕੇ ਸੌਂ ਗਿਆ ਹੋਵੇ, ਕੋਈ ਐਂਬੂਲੈਂਸ ਲੰਘਣੀ ਰਾਤ ਨੂੰ, ਉਹਨੂੰ ਜਗਾ ਕੇ ਕਹੀਏ ਭਾਈ ਪਾਸੇ ਹੋ ਜਾਓ। ਫਿਰ ਇੱਕ ਟੁਕੜੀ ਕਹਿ ਰਹੀ ਅਸੀਂ ਦੇਖ ਰਹੇ ਹਾਂ ਇੱਥੇ ਰਾਤਾਂ ਨੂੰ ਫਿਰ ਕੇ ਕਿਸੇ ਦੇ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ, ਉਹ ਸੁੱਤਾ ਤੇ ਉਹਦੇ ਕਿਤੇ ਅੱਗ ਬਲਦੀ ਰਹਿ ਗਈ ਕਿਤੇ ਨੇੜੇ, ਕੋਈ ਕਿਸੇ ਦੇ ਉੱਥੇ ਕੋਈ ਗੈਸ ਚੁੱਲ੍ਹਾ ਚੱਲਦਾ ਰਹਿ ਗਿਆ, ਕਿਸੇ ਦਾ ਕੋਈ ਮਤਲਬ ਇੰਨੀ ਅਵੇਕਨਿੰਗ ਵਾਲਾ ਯੂਥ, ਇੰਨੀ ਜਾਗਰਤੀ ਵਾਲਾ ਯੂਥ ਕਿੱਥੇ ਦੇਖਿਆ ਤੁਸੀਂ? ਸੋ ਇਹ ਤਾਂ ਗੱਲਾਂ ਪਿੱਛੇ ਰਹਿ ਗਈਆਂ ਹੁਣ ਨਸ਼ੇ ਵਾਲੀਆਂ ਜਾਂ ਕਿੱਦਾਂ। ਇਹ ਤਾਂ ਪੰਜਾਬ ਜਾਗ ਪਿਆ, ਪੰਜਾਬ ਮੁੜ ਕੇ ਇਕੱਠਾ ਹੋ ਗਿਆ। ਗੁਰਪ੍ਰੀਤ ਜੀ, ਅਸੀਂ ਗੱਲ ਕਰਦੇ ਹੁੰਦੇ ਹਾਂ, ਸਾਡੇ ਸਤਸੰਗਾਂ ਵਿੱਚ ਵੀ ਬੜਾ ਸਮਝਾਇਆ ਜਾਂਦਾ ਸੀ ਯੂਥ ਨੂੰ, ਪਰ ਯੂਥ ਨਹੀਂ ਸਮਝਿਆ ਸੀਗਾ। ਬਹੁਤ ਸਤਸੰਗ ਹੁੰਦੇ ਰਹੇ, ਬਹੁਤ ਬਾਬਿਆਂ ਨੇ ਛੈਣੇ ਖੜਕਾਏ, ਢੋਲਕੀਆਂ ਖੜਕਾਈਆਂ, ਯੂਥ ਨਹੀਂ ਸਮਝਿਆ। ਇੱਕ ਇਤਿਹਾਸ ਦੀ ਇੱਕ ਕਥਾ ਹੈਗੀ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਵੀ ਅਸੀਂ ਹਵਾ ਹੀ ਇਹੋ ਜਿਹੀ ਚਲਾ ਦੇਣੀ ਆ। ਇਹ ਲੱਗਦਾ ਵੀ ਉਹ ਹਵਾ ਚੱਲ ਪਈ ਆ। ਦੇਖੋ, ਹਵਾ ਚੱਲਦੀ ਨਹੀਂ ਹੁੰਦੀ, ਹਵਾ ਬਣਦੀ ਹੁੰਦੀ ਹੈ।
ਔਰ ਇਹ ਹਵਾ ਜਦੋਂ ਬਣ ਜਾਂਦੀ ਹੈ ਨਾ ਜੀ, ਚੱਲਦੀ ਹਵਾ ਤਾਂ ਬੁੱਲਾ ਆ ਕੇ ਨਿਕਲ ਜਾਂਦਾ ਹੈ। ਜਿਹੜੀ ਹਵਾ ਬਣ ਜਾਂਦੀ ਉਹ ਫਿਰ ਰਹਿੰਦੀ ਹੈ ਤੁਹਾਡੇ এনवायरमेंट ਦੇ ਵਿੱਚ, ਗਹਿਰਾਈ ਚੋਂ ਨਿਕਲਦੀ ਹੈ। ਉਹ ਗਹਿਰਾਈ ਚੋਂ ਨਿਕਲਦੀ ਹੈ। ਇਹ ਹੁਣ ਹਵਾ ਬਣ ਗਈ ਹੋਈ ਹੈ ਔਰ ਇਹ ਹਵਾ ਨੂੰ ਤੁਸੀਂ ਕਹੋ ਵੀ ਇਹ ਮੂਮੈਂਟ ਦੀ ਅਗਰ ਤੁਸੀਂ ਹਵਾ ਕੱਢ ਦਿਓਗੇ ਜਾਂ ਇਹ ਮੂਮੈਂਟ ਨੂੰ ਤੁਸੀਂ ਰੋਕ ਲਓਗੇ ਤਾਂ ਇਹ ਬਹੁਤ ਵੱਡਾ ਭੁਲੇਖਾ ਹੈ। ਨੁਕਸਾਨ ਕਿਸੇ ਧਿਰ ਦਾ ਨਹੀਂ ਹੋਣਾ ਚਾਹੀਦਾ। ਇਹ ਮੁਲਕ ਵੀ ਸਾਡਾ ਹੀ ਹੈ ਨਾ, ਅਸੀਂ ਇੰਡੀਅਨ ਲੋਕ ਹਾਂ, ਇੰਡੀਆ ਲਈ ਕੁਰਬਾਨੀਆਂ ਕੀਤੀਆਂ। ਮੈਂ ਕੋਈ ਝੂਠ ਥੋੜਾ, ਮੇਰੇ ਫਾਦਰ ਨੇ 3 ਲੜਾਈਆਂ ਲੜੀਆਂ ਇੰਡੀਆ ਵਾਸਤੇ। 62 ਦੀ ਲੜਾਈ 'ਚ ਮੇਰੇ ਫਾਦਰ ਸਾਹਿਬ ਸੀ, 65 ਦੀ ਲੜਾਈ 'ਚ ਮੇਰੇ ਫਾਦਰ ਸਾਹਿਬ ਸੀ, 71 ਦੀ ਲੜਾਈ 'ਚ ਮੈਂ ਆਪਣੀ ਮਾਤਾ ਦੀ ਗੋਦੀ ਵਿੱਚ ਸੀ ਜਦੋਂ ਮੇਰੇ ਡੈਡੀ ਬਾਰਡਰ ਤੇ ਲੜਦੇ ਪਏ ਸੀ। ਸੋ ਅਸੀਂ ਦੇਸ਼ ਲਈ ਲੜਾਈਆਂ ਲੜੀਆਂ ਨੇ। ਅਸੀਂ ਇੱਕ ਸਿੱਖ ਕੌਮ ਦਾ ਜੇ ਤੁਸੀਂ ਕਹੋ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ 127 ਕੋ ਟੋਟਲ ਫਾਂਸੀਆਂ ਲੱਗੀਆਂ ਇੰਡੀਆ ਦੇ ਵਿੱਚ ਔਰ 93 ਫਾਂਸੀਆਂ ਵਿੱਚੋਂ ਪੰਜਾਬ ਦੀਆਂ ਨੇ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਾਸਤੇ। ਜੇ 2500 ਤੋਂ ਵੱਧ ਲੋਕ ਕਾਲੇ ਪਾਣੀ ਦੀ ਸਜ਼ਾ ਗਏ, ਵਿੱਚ 2300 ਤੋਂ ਵੱਧ ਲੋਕ ਪੰਜਾਬ ਤੋਂ ਸੀਗੇ। ਸੋ ਅਸੀਂ ਕੁਰਬਾਨੀਆਂ ਕਰ ਕਰਕੇ ਦੇਸ਼ ਬਚਾਇਆ ਸੀ, ਇਸ ਕਰਕੇ ਥੋੜਾ ਬਚਾਇਆ ਸੀ ਦੇਸ਼ ਦਾ ਨੁਕਸਾਨ ਕਰਨਾ। ਪਰ ਆਪਣਾ ਨੁਕਸਾਨ ਵੀ ਜੇ ਸਾਡੇ ਆਪਣੇ ਕਰਨਗੇ ਤਾਂ ਬਰਦਾਸ਼ਤ ਨਹੀਂ ਹੋ ਸਕਦਾ। ਆਖਰੀ ਸਵਾਲ ਗੁਰਪ੍ਰੀਤ ਜੀ, ਸਤਰਕਤਾ ਕਿਹਨਾਂ ਤੋਂ ਕਿਹੜੇ ਪਹਿਲੂਆਂ ਤੋਂ ਹੁਣ ਰੱਖਣੀ ਚਾਹੀਦੀ ਹੈ, ਕਿਉਂਕਿ ਇਸ ਵਕਤ ਬਹੁਤ ਸਿਸਟਮੈਟਿਕ ਤਰੀਕੇ ਦੇ ਨਾਲ ਹਰ ਚੀਜ਼ ਚੱਲ ਰਹੀ ਹੈ ਔਰ ਜਿਹੜੇ ਕਿਸਾਨ ਇੱਥੇ ਆਏ ਹੋਏ ਆ ਉਹਨਾਂ ਦਾ ਜਿਹੜਾ ਖੇਤ ਹੈਗਾ ਉਹਨਾਂ ਦੇ ਪਿੰਡਾਂ ਦੇ ਵਿੱਚ ਕਹਿੰਦੇ ਆ ਕਿ ਗੁਰਦੁਆਰੇ ਦੇ ਵਿੱਚ ਰਜਿਸਟਰ ਰੱਖਤੇ ਵੀ ਤੁਹਾਡੇ ਪਰਿਵਾਰ ਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਅਸੀਂ ਪੂਰਾ ਕਰਾਂਗੇ। ਉਹ ਬਹੁਤ ਸਿਸਟਮੈਟਿਕ ਤਰੀਕੇ ਦੇ ਨਾਲ ਚੱਲ ਰਿਹਾ ਇਸ ਵਕਤ। ਸੋ ਕੀ ਕਹਿਣਾ ਸਤਰਕਤਾ ਇਸ ਵਕਤ, ਕਿਉਂਕਿ ਫੇਲ ਕਰਨ ਦੇ ਲਈ ਵੀ ਬਹੁਤ ਜਿਹੜੀ ਏਜੰਸੀਆਂ ਉਹ ਇਸ ਵਕਤ ਸਰਗਰਮ ਨੇ। ਨਹੀਂ ਬਹੁਤ ਸਾਡੇ ਬੰਦੇ ਇਸ ਵੇਲੇ ਐਕਟਿਵ ਹੋਏ ਪਏ ਨੇ ਜੀ, ਉਹ ਨਿਗਾਹ ਰੱਖ ਰਹੇ ਨੇ ਕਰਾਊਡ ਦੇ ਉੱਤੇ ਵੀ। ਕੱਲ ਵੀ ਮੁੰਡੇ ਫੜੇ ਨੇ ਜਿਹੜੇ ਫੋਟੋਗ੍ਰਾਫੀ ਕਰ ਰਹੇ ਸੀ, ਵੀਡੀਓ ਬਣਾ ਰਹੇ ਸੀ ਅੰਦਰ ਆ ਕੇ, ਕੁੜੀਆਂ ਦੀਆਂ ਲੜਕੀਆਂ ਦੀਆਂ। ਕੋਈ ਵਿਹਲਾ ਬੈਠਾ ਅਗਰ ਵਿਚਾਰਾ ਤੇ ਉਹਦਾ ਵੀਡੀਓ ਬਣਾ ਕੇ, ਕੋਈ ਬਿਮਾਰ ਵੀ ਅਗਰ ਐਂ ਬੈਠਾ ਤੇ ਇਹਨਾਂ ਨੇ ਬਾਅਦ ਚ ਕਹਿਣਾ ਸੀ ਇਹ ਦੇਖੋ ਨਸ਼ੇੜੀ ਬੈਠੇ ਆ यहाँ पे, है ना। ਇੱਥੇ ਕਿਉਂਕਿ ਮੌਤਾਂ ਵੀ ਹੋ ਚੁੱਕੀਆਂ ਨੇ ਇਸ ਸੰਘਰਸ਼ ਦੇ ਵਿੱਚ। ਕੋਈ ਬਿਮਾਰ ਹੈ, ਕੋਈ ਕਿਸੇ ਪ੍ਰੋਬਲਮ 'ਚ ਹੈ, ਪਤਾ ਨਹੀਂ ਉਹਨੂੰ ਕਿਵੇਂ ਪ੍ਰੋਜੈਕਟ ਕਰਨਾ ਅੱਗੇ, ਕਿਵੇਂ ਪੋਰਟਰੇ ਕਰਨਾ ਉਹਨੂੰ ਉੱਥੇ ਜਾ ਕੇ। ਇਸ ਕਰਕੇ ਉਹ ਬੰਦੇ ਛੱਡੇ ਹੋਏ ਸੀ, ਬੰਦੇ ਫੜੇ ਨੇ ਜਥੇਬੰਦੀਆਂ ਨੇ, ਅੱਜ ਪੁਲਿਸ ਦੇ ਹਵਾਲੇ ਕੀਤੇ ਨੇ। ਅੱਜ ਡੀਐਸਪੀ ਸਾਹਿਬ ਆਪ ਆ ਕੇ ਇੱਥੋਂ ਲੈ ਕੇ ਗਏ ਨੇ 16 ਮੁੰਡੇ। ਉਹ ਆਪ ਕਹਿ ਰਹੇ ਸਾਨੂੰ ਇੱਥੇ ਡੀਸੀ ਸਾਹਿਬ ਨੇ ਭੇਜਿਆ ਵੀਡੀਓਗ੍ਰਾਫੀ ਕਰਨ ਵਾਸਤੇ। ਗੁਰਪ੍ਰੀਤ ਜੀ ਆਖਰੀ ਸਵਾਲ ਪੁੱਛਣਾ ਮੈਂ ਇਸ ਤੁਹਾਡੇ ਤੋਂ, ਕਿਉਂਕਿ ਬਹੁਤ ਸਾਰੇ ਤੁਹਾਡੇ ਜਿਹੜੇ ਸ਼ਬਦ ਨੇ ਉਹ ਸੁਣਨਾ ਚਾਹੁੰਦੇ ਨੇ ਵਿਊਅਰਸ, ਹੋਰ ਵੀ ਚੈਨਲ ਵਾਲੇ ਇੱਥੇ ਪਹੁੰਚੇ ਹੋਏ ਨੇ। ਮੇਰਾ ਆਖਰੀ ਸਵਾਲ ਇਹ ਹੈਗਾ ਵੀ ਮੌਤਾਂ ਬਹੁਤ ਸਾਰੀਆਂ ਹੋ ਗਈਆਂ ਕਿਸਾਨਾਂ ਦੀਆਂ, ਇਹਨਾਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈਗਾ? ਕਿਉਂਕਿ ਐਮਐਸਪੀ ਦਾ ਮੁੱਦਾ ਜਿਹੜਾ ਮੁੱਦਾ ਅਸੀਂ ਵੈਸੇ ਵਿਚਾਰੀਏ ਕੋਈ ਐਡਾ ਖਾਸ ਮੁੱਦਾ ਨਹੀਂ ਹੈਗਾ, ਪਰ ਸਰਕਾਰਾਂ ਲਟਕਾਈ ਜਾ ਰਹੀਆਂ ਨੇ ਔਰ ਕਿਸਾਨਾਂ ਦੀਆਂ ਇਸ ਸੰਘਰਸ਼ ਦੇ ਵਿੱਚ ਵੀ ਕਈ ਜਾਨਾਂ ਚਲੀ ਗਈਆਂ ਨੇ। ਬਿਲਕੁਲ ਜੀ, ਜਾਨਾਂ ਜਾ ਰਹੀਆਂ ਨੇ, ਆਪਾਂ ਇਹਨੂੰ ਮੌਤ ਵੀ ਕਹਿ ਰਹੇ ਹਾਂ, ਪਰ ਇੱਕ ਤਰ੍ਹਾਂ ਦੀ ਇਹ ਸ਼ਹਾਦਤ ਹੈ। ਤੁਸੀਂ ਜਦੋਂ ਕਿਸੇ ਸਾਂਝੇ ਮਿਸ਼ਨ ਲਈ ਆਉਂਦੇ ਹੋ ਅੱਗੇ, ਉੱਥੇ ਤੁਹਾਡੀ ਕਿਸੇ ਵੀ ਸੂਰਤ ਵਿੱਚ ਜਾਨ ਜਾਂਦੀ ਹੈ ਤਾਂ ਉਹ ਸ਼ਹਾਦਤ ਹੈ। ਸੋ ਇਹ ਕਿਸਾਨੀ ਸੰਘਰਸ਼ ਦੇ ਸ਼ਹੀਦ ਨੇ ਬਜ਼ੁਰਗ ਸਾਡੇ, ਔਰ ਇਹਨਾਂ ਦਾ ਕੰਟਰੀਬਿਊਸ਼ਨ ਯਾਦ ਰਹੇਗਾ। ਉਹਨਾਂ ਦੇ ਪਿੰਡ ਵਾਲੇ ਉਹਨਾਂ ਦੀਆਂ ਯਾਦਗਾਰਾਂ ਬਣਾਉਣਗੇ, ਉਹਨਾਂ ਦੇ ਨਾਂ ਉਹਨਾਂ ਦੇ ਪਿੰਡਾਂ 'ਚ ਰੌਸ਼ਨ ਰਹਿਣਗੇ। ਔਰ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ, ਮੈਂ ਖਾਸ ਤੌਰ 'ਤੇ ਆਪਣੀ ਸੂਬਾ ਸਰਕਾਰ ਨੂੰ, ਕਿ ਜਿੱਥੇ ਸਾਡੇ ਸੂਬਾ ਸੰਘਰਸ਼ ਦੇ ਵਿੱਚ ਜਿੱਥੇ ਕਿਸਾਨ ਲੱਗੇ ਨੇ, ਜੇ ਕਿਸੇ ਦਾ ਜਾਨੀ ਨੁਕਸਾਨ ਹੋਇਆ ਤਾਂ ਉਹਨਾਂ ਦੇ ਘਰਾਂ ਨੂੰ ਕੰਪਨਸੇਟ ਕੀਤਾ ਜਾਵੇ, ਉਹਨਾਂ ਨੂੰ ਢੁਕਵੇਂ ਮੁਆਵਜ਼ੇ ਔਰ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਅੱਗੋਂ ਕੋਈ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ। ਜ਼ਿੰਮੇਵਾਰ ਕੌਣ ਸਰਕਾਰ ਨੂੰ ਮੰਨਦੇ? ਨਹੀਂ, ਸੰਘਰਸ਼ ਵਿੱਚ ਦੇਖੋ ਜਿਹਦੇ ਨਾਲ ਸੰਘਰਸ਼ ਚੱਲ ਰਿਹਾ ਹੁੰਦਾ ਜ਼ਿੰਮੇਵਾਰ ਤਾਂ ਉਹੀ ਧਿਰ ਹੁੰਦੀ ਹੈ। ਜਿਹੜੀ ਸੰਘਰਸ਼ ਨੂੰ ਹੋਰ ਜ਼ਿਆਦਾ ਲਟਕਾ ਰਹੀ ਹੈ ਉਹੀ ਧਿਰ ਜ਼ਿੰਮੇਵਾਰ ਹੈ। ਇਹਦੇ ਵਿੱਚ ਸਰਕਾਰ ਦੀ, ਕੇਂਦਰ ਸਰਕਾਰ ਦੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਗੁਰਪ੍ਰੀਤ ਘੁੱਗੀ ਜੀ, ਤੇ ਇਹਨਾਂ ਦਾ ਸਾਫ਼ ਤੌਰ ਦੇ ਉੱਤੇ ਕਹਿਣਾ ਹੈਗਾ ਕਿ ਇਸ ਵਕਤ ਜਿਹੜਾ ਮਗਿਆ ਹੋਇਆ ਹੈਗਾ ਇਸ ਵਕਤ ਸੰਘਰਸ਼, ਉਹ ਵਾਕਈ ਹੀ ਸ਼ਲਾਘਾਯੋਗ ਹੈਗਾ, ਵਧਾਈ ਦੇ ਪਾਤਰ ਨੇ। ਕਿਸਾਨ ਵੀ, ਨੌਜਵਾਨ ਵੀ ਜਿਹੜੇ ਇੱਥੇ ਘੁੰਮਾ ਕੇ ਪਹੁੰਚ ਰਹੇ ਨੇ, ਵਿਦਿਆਰਥੀ ਪਹੁੰਚ ਰਹੇ ਨੇ, ਵਕੀਲ ਪਹੁੰਚ ਰਹੇ ਨੇ, ਔਰ ਤਗਮੇ ਜਿੱਤੇ ਹੋਏ ਖਿਡਾਰੀ ਪਹੁੰਚ ਰਹੇ ਨੇ ਆਪਣੇ ਤਗਮੇ ਵਾਪਸ ਕਰਨ ਵਾਸਤੇ। ਮੈਨੂੰ ਸ਼ੇਰ ਯਾਦ ਆ ਰਿਹਾ ਦੋਸਤੋ, ਇੱਕ ਵਕਤ ਕਹਿੰਦੇ ਕਿ सर झुकाओगे तो पत्थर देवता हो जाएगा और इतना मत चाहो उसे वो बेवफा हो जाएगा, और रूठ जाना भी मोहब्बत की अलामत है, मगर मुझको क्या पता था कि वो मुझसे इतना खफा हो जाएगा। लेकिन हम भी दरिया हैं और हमें अपना हुनर मालूम है, जिस तरफ भी चल पड़ेंगे वो रास्ता हो जाएगा। और मैं खुदा का नाम लेकर पी रहा हूँ दोस्तों, तुम जहर भी दोगे मुझे वो भी दवा हो जाएगा। पंजाब ते पंजाबियत नाल जुड़िया हर मुद्दा, हर खबर निरपक्ष तरीके नाल तुहाडे तक पहुंचण दी कोशिश विच तुसीं भी देवो साडा साथ। तां हुणे लाइक करो साडा फेसबुक पेज, सबसक्राइब करो YouTube ते अते फॉलो करो इंस्टा अते ट्विटर ते निरपक्ष पोस्ट। खबर दी निरपक्ष आवाज़ विजिट करो www.nirpakhpost.com।